ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਪਲੇਟਫਾਰਮ ਤੋਂ ਵੀਕਲੀ ਗੁਰਮਤਿ ਸੈਸ਼ਨਸ ਦੇ ਵਿੱਚ ਜਿਹੜੀਆਂ ਕਲਾਸਿਸ ਅਸੀਂ ਰਨ ਕਰ ਰਹੇ ਹਾਂ, ਉਹਦੇ ਵਿੱਚ ਸਾਡਾ ਕਰੰਟ ਟੌਪਿਕ ਜੋ ਡਿਸਕਸ ਦੇ ਵਿੱਚ ਹੈਗਾ ਬੇਸਿਕਸ ਆਫ ਗੁਰਬਾਣੀ। ਇਹਦੇ ਵਿੱਚ ਅਸੀਂ ਹੁਣ ਤੱਕ 3 ਸੈਸ਼ਨਸ ਕੰਡਕਟ ਕਰ ਚੁੱਕੇ ਹਾਂ। ਅੱਜ ਸਾਡਾ ਚੌਥਾ ਸੈਸ਼ਨ ਹੈ। ਇਹਦੇ ਵਿੱਚ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਸਾਰੇ ਭਗਤ ਸਾਹਿਬਾਨ ਦਾ ਵੱਖਰਾ ਵੱਖਰਾ ਜੋ ਵੀ ਜਿਸ ਪ੍ਰੋਫੈਸ਼ਨ ਵਿੱਚੋਂ ਉਹ ਆਏ ਨੇ ਉਹਨਾਂ ਦੇ ਬਾਰੇ ਬਰੀਫ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਵੀ ਇੰਨੇ ਡਾਈਵਰਸ ਪ੍ਰੋਫੈਸ਼ਨਸ ਦੇ ਵਿੱਚੋਂ ਆ ਕੇ ਉਹਨਾਂ ਨੇ ਫਿਰ ਵੀ ਸੇਮ ਕੰਟੈਕਸਟ ਦੇ ਵਿੱਚ ਸਾਨੂੰ ਸਾਰਿਆਂ ਨੂੰ ਕਿੱਦਾਂ ਇੱਕ ਅਧਿਆਤਮਕ ਅਤੇ ਸਪਿਰਿਚੁਅਲ ਗਿਆਨ ਨੂੰ ਦਿੱਤਾ ਤਾਂ ਕਿ ਅਸੀਂ ਉਸ ਨੌਲੇਜ ਨੂੰ ਅੱਜ ਯੂਜ਼ ਕਰਕੇ ਆਪਣੀ ਲਾਈਫ ਨੂੰ ਅੱਛਾ ਬਣਾ ਸਕੀਏ ਔਰ ਆਪਣੇ ਜਿਹੜੇ ਆਬਜੈਕਟਿਵ ਆਫ ਹਿਊਮਨ ਲਾਈਫ ਨੂੰ ਅਚੀਵ ਕਰ ਸਕੀਏ। ਸੋ ਇਸ ਐਕਟੀਵਿਟੀ ਦੇ ਵਿੱਚ ਅਸੀਂ ਜਿਹੜਾ ਬੱਚਿਆਂ ਨੇ ਇੱਕ ਪ੍ਰੀ ਵਰਕ ਜਿਹੜੀ ਅਸਾਈਨਮੈਂਟ ਕੰਪਲੀਟ ਕੀਤੀ ਸੀ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਸਮਝਣ ਦੀ ਕਿ ਔਨ ਦੋਜ਼ ਡੇਜ਼ ਜਿਹੜੇ ਵੀਵਰਸ ਨੇ, ਜਿਵੇਂ ਕਬੀਰ ਜੀ ਦਾ ਪ੍ਰੋਫੈਸ਼ਨ ਸੀਗਾ ਤੇ ਜਿਵੇਂ ਕਿ ਰਵਿਦਾਸ ਜੀ ਦਾ ਪ੍ਰੋਫੈਸ਼ਨ ਸੀਗਾ ਸ਼ੂ ਮੇਕਰ ਦਾ, ਉਹ ਜਿਹੜੇ ਨੇ ਅਸੀਂ ਵੀਡੀਓਜ਼ ਦੇਖੀਆਂ ਨੇ, ਉਹਦੇ ਵਿੱਚੋਂ ਬੱਚਿਆਂ ਨੇ ਆਪਣੇ ਐਕਸਪੀਰੀਅੰਸਿਸ ਸ਼ੇਅਰ ਕੀਤੇ ਨੇ। ਜਿਹੜਾ ਮੇਨ ਰੀਜ਼ਨ ਸੀਗਾ ਇਹ ਵੀਡੀਓਜ਼ ਦੇਖਣ ਦਾ ਜਾਂ ਇਸ ਟੌਪਿਕ ਨੂੰ ਡਿਸਕਸ ਕਰਨ ਦਾ, ਉਹ ਅਸੀਂ ਆਉਣ ਵਾਲੇ ਸੈਸ਼ਨ ਦੇ ਵਿੱਚ ਸਮਝਣ ਦੀ ਉਹ ਕੋਸ਼ਿਸ਼ ਕਰਦੇ ਹਾਂ ਜੀ। ਸੋ ਕੋਈ ਬੱਚਾ ਹੈਗਾ ਜੀ ਮੇਰੇ ਵਾਸਤੇ ਜੇ ਪਹਿਲਾ ਪੁਆਇੰਟ ਪੜ੍ਹ ਸਕਦਾ ਹੈ? ਹਾਂਜੀ ਜਪਲੀਨ ਕੌਰ ਜੀ, ਤੁਸੀਂ ਪੜ੍ਹ ਦਿਓ। Bhagat Sahibans came from diverse backgrounds and most of them were economically poor but spiritually wealthy. ਹਾਂਜੀ ਦੇਖੋ, ਜਿਵੇਂ ਕਿ ਹੁਣੇ ਜਪਲੀਨ ਕੌਰ ਜੀ ਤੁਸੀਂ ਪੜ੍ਹਿਆ ਕਿ ਵੀ ਜਿਹੜੇ ਮੈਜੋਰਿਟੀ ਆਫ ਭਗਤ ਸਾਹਿਬਾਨ ਸੀਗੇ ਇਹ ਬਹੁਤ ਸਾਰੇ ਡਾਈਵਰਸ ਬੈਕਗਰਾਉਂਡ ਦੇ ਵਿੱਚੋਂ ਦੀ ਆਏ, ਸਾਰੇ ਵੱਖਰੇ ਵੱਖਰੇ ਰੀਜਨ ਦੇ ਵਿੱਚ ਐਗਜ਼ਿਸਟ ਕਰਦੇ ਸੀਗੇ। ਇਹਨਾਂ ਦੀ ਲੋਕਲ ਸੁਸਾਇਟੀ ਬਹੁਤ ਡਿਫਰੈਂਟ ਸੀਗੀ। ਸਾਰਿਆਂ ਦੀ ਜਿਹੜੀ ਹੈ ਇੱਕ ਚੀਜ਼ ਇਹਨਾਂ ਦੇ ਵਿੱਚ ਕਾਫੀ ਕਾਮਨ ਸੀਗੀ ਸਾਰਿਆਂ ਦੇ ਵਿੱਚ, ਕਿ ਇਹ ਸਾਰੇ ਬੰਦੇ ਈਵਨ ਦੋ ਕਿ ਬਹੁਤ ਡਿਫਰੈਂਟ ਪ੍ਰੋਫੈਸ਼ਨਸ ਨੂੰ ਬਿਲੋਂਗ ਕਰਦੇ ਸੀਗੇ, ਪਰ ਇਹ ਸਾਰੇ ਜਿਹੜੇ ਭਗਤ ਸੀਗੇ ਇਕਨੋਮਿਕਲੀ ਫਿਜ਼ੀਕਲ ਵਰਲਡ ਦੇ ਵਿੱਚ ਇਹ ਪੋਰ ਸੀਗੇ। ਇਹਨਾਂ ਕੋਲ ਮਟੀਰੀਅਲਿਸਟਿਕ ਪੋਜੈਸ਼ਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਨਹੀਂ ਸੀਗਾ, ਬਟ ਇਹ ਸਾਰੇ ਜਣੇ ਜਿਹੜੇ ਸੀਗੇ ਦੇ ਵਰ ਸਪਿਰਿਚੁਅਲੀ ਵੈਰੀ ਰਿਚ। ਉਹ ਮੇਨ ਰੀਜ਼ਨ ਤੁਸੀਂ ਜੇ ਨੋਟ ਕੀਤਾ ਹੋਏਗਾ, ਜਿਹੜਾ ਉਹ ਕੰਮ ਕਰਦੇ ਸੀਗੇ ਉਹ ਕੰਮ ਬਹੁਤ ਹਾਰਡ ਵਰਕਿੰਗ ਸੀਗਾ। ਉਹ ਜਿੰਨਾ ਵੀ ਉਹ ਕੰਮ ਕਰਦੇ ਸੀਗੇ, ਤੁਸੀਂ ਹੁਣੇ ਜਿਹੜੇ ਵੀਡੀਓਜ਼ ਵੀ ਦੇਖਿਆ, ਆਪਾਂ ਇੱਕ ਵੀਡੀਓ ਹੁਣੇ ਵੀ ਦੇਖਿਆ ਸੀਗਾ ਅਬਾਊਟ ਵੀਵਿੰਗ ਕਿ ਕਿਵੇਂ ਕੰਮ ਹੁੰਦਾ ਸੀਗਾ। ਤੇ ਦੇਖੋ ਕਬੀਰ ਜੀ ਦਾ ਉਹ ਪ੍ਰੋਫੈਸ਼ਨ ਸੀਗਾ, ਹੀ ਯੂਜ਼ਡ ਟੂ ਡੂ ਇਟ ਆਲ ਬਾਈ ਹਿਮਸੈਲਫ, ਹਨਾ। ਹੁਣੇ ਤਾਂ ਅਸੀਂ ਦੇਖਿਆ ਕਿ ਮਲਟੀਪਲ ਪੀਪਲ ਜਿਹੜੇ ਨੇ ਵੱਖਰੇ ਵੱਖਰੇ ਟੂਲਸ ਤੇ ਕੰਮ ਕਰ ਰਹੇ ਨੇ, ਬਟ ਕਬੀਰ ਜੀ ਦਾ ਪ੍ਰੋਫੈਸ਼ਨ ਸੀਗਾ ਐਂਡ ਹੀ ਯੂਜ਼ਡ ਟੂ ਡੂ ਆਲ ਦੈਟ ਬਾਈ ਹਿਮਸੈਲਫ। ਇੰਨਾ ਜ਼ਿਆਦਾ ਹਾਰਡ ਵਰਕ ਹੋਣ ਦੇ ਬਾਵਜੂਦ ਵੀ ਉਹ ਆਪਣਾ ਜਿਹੜਾ ਫੋਕਸ ਹੈ, ਆਪਣੀ ਡੈਡੀਕੇਸ਼ਨ ਹੈ ਟੂਵਰਡਸ ਹਿਸ ਸਪਿਰਿਚੁਅਲ ਜਰਨੀ ਤੇ ਉਹਨਾਂ ਨੇ ਪੂਰਾ ਧਿਆਨ ਲਗਾਇਆ। ਹੀ ਵਾਸ ਅਵੇਅਰ ਆਫ ਹਿਸ ਰਿਸਪੌਂਸਿਬਿਲਿਟੀਜ਼ ਤੇ ਉਹਨਾਂ ਨੇ ਉਸ ਜਰਨੀ ਦੇ ਵਿੱਚ ਅੱਗੇ ਵਧਦਿਆਂ ਹੋਇਆਂ ਆਪਣੀ ਸਪਿਰਿਚੁਅਲਿਟੀ ਨੂੰ ਉਸ ਕਰਕੇ ਐਕਸਕਿਊਜ਼ ਨਹੀਂ ਦਿੱਤਾ ਕਿ ਮੇਰੇ ਕੋਲ ਫਿਜ਼ੀਕਲ ਵਰਲਡ ਦੇ ਵਿੱਚ ਬਹੁਤ ਸਾਰਾ ਪੋਜੈਸ਼ਨ ਨਹੀਂ ਹੈ। ਇੱਕ ਸਾਡੇ ਕੋਲ ਜਿਹੜੀ ਅਸੀਂ ਪ੍ਰੀ ਵਰਕ ਅਸਾਈਨਮੈਂਟ ਕੀਤੀ ਸੀਗੀ, ਉਸ ਅਸਾਈਨਮੈਂਟ ਦੇ ਵਿੱਚ ਇੱਕ ਕੁਐਸਚਨ ਸੀਗਾ ਕਿ ਜੇ ਅਸੀਂ ਅੱਜ ਪ੍ਰਟੈਂਡ ਕਰੀਏ ਕਿ ਆਈ ਐਮ ਇਨ ਦੈਟ ਸਿਚੁਏਸ਼ਨ ਕਿ ਜਿੱਥੇ ਸੁਸਾਇਟੀ ਮੈਨੂੰ ਬੁਲੀ ਕਰ ਰਹੀ ਹੈ, ਮੇਰੇ ਕੋਲ ਇਕਨੋਮਿਕਲੀ ਮੈਂ ਬਹੁਤ ਪੂਅਰ ਹਾਂ, ਮੇਰੇ ਕੋਲ ਰਿਸੋਰਸਿਸ ਨਹੀਂ ਹੈ, ਤੇ ਵਾਟ ਵੁੱਡ ਬੀ ਮਾਈ ਰਿਸਪੌਂਸ ਟੂ ਦੈਟ ਸਿਚੁਏਸ਼ਨ। ਕੋਈ ਬੱਚਾ ਹੈਗਾ ਮੈਨੂੰ ਆਨਸਰ ਕਰਕੇ ਦੱਸ ਸਕਦਾ ਹੈ ਕਿ ਵੀ ਜੇ ਮੈਂ ਉਸ ਸਿਚੁਏਸ਼ਨ ਵਿੱਚ ਹੋਵਾਂਗਾ ਤਾਂ ਮੈਂ ਕੀ ਰਿਸਪੌਂਸ ਕਰਾਂਗਾ? ਹਾਊ ਵਿਲ ਆਈ ਬਿਹੇਵ? ਮੇਰਾ ਬਿਹੇਵੀਅਰ ਕਿੱਦਾਂ ਦਾ ਹੋਏਗਾ ਜੇ ਮੈਂ ਉਸ ਸਿਚੁਏਸ਼ਨ ਵਿੱਚ ਹੈਗਾ? ਕੌਣ ਬੱਚਾ ਦੱਸ ਸਕਦਾ ਜੀ? ਹਾਂਜੀ ਪ੍ਰਭਵੀਰ ਸਿੰਘ ਜੀ। ਜਿਨ੍ਹਾਂ ਬੱਚਿਆਂ ਨੇ ਆਪਣੀ ਅਸਾਈਨਮੈਂਟ ਕੰਪਲੀਟ ਕੀਤੀ ਸੀ ਪ੍ਰੀ ਵਰਕ ਦੀ, ਉਹਦੇ ਵਿੱਚ ਇੱਕ ਕੁਐਸਚਨ ਸੀਗਾ, ਤੁਸੀਂ ਜ਼ਰੂਰ ਆਨਸਰ ਕੀਤਾ ਹੋਏਗਾ। ਮੈਂ ਉਮੀਦ ਕਰਦਾ ਕਿ ਵੀ ਤੁਸੀਂ ਉਹ ਆਨਸਰ ਸ਼ੇਅਰ ਕਰ ਸਕਦੇ ਹੋ ਇੱਥੇ ਸਾਡੇ ਨਾਲ ਹੁਣ।
हाँ जी, तरनवीर सिंह जी। मैं करना होगा सी spiritually भी करना सी physically not use any excuses like मैं physical काम कर रहा मैं mental नहीं करना you ਤੁਸੀਂ ਸਿੱਧਾ ਦੋਨੇ ਕਰੋਗੇ no excuses and I would work on harder and then to achieve my goal to Vaheguru Ji and Vaheguru Ji will provide me with everything I need to live. ਵੈਰੀ ਗੁੱਡ, ਐਕਸਲੈਂਟ ਜੀ, ਥੈਂਕ ਯੂ ਜੀ, ਵੈਰੀ ਵੈਰੀ ਗੁੱਡ ਤਰਨਵੀਰ ਸਿੰਘ ਜੀ, ਥੈਂਕ ਯੂ ਸ਼ੇਅਰਿੰਗ ਕਰਨ ਵਾਸਤੇ ਸਾਡੇ ਸਾਰਿਆਂ ਨਾਲ ਆਪਣਾ ਆਨਸਰ। ਸੋ ਬੜਾ ਅੱਛਾ ਹੈਗਾ ਕਿ ਵੀ ਜੇ ਤੁਸੀਂ ਨਹੀਂ ਸ਼ੇਅਰ ਕਰਨਾ ਚਾਹੁੰਦੇ ਦੈਟ ਇਜ਼ ਆਲਸੋ ਓਕੇ, ਬਾਕੀ ਸਾਰੇ ਬੱਚਿਆਂ ਵਾਸਤੇ, ਪਰ ਉਹ ਅਸਾਈਨਮੈਂਟ ਦੇ ਵਿੱਚ ਮੈਂ ਜਾ ਕੇ ਪੜਾਂਗਾ ਤੁਹਾਡਾ ਆਨਸਰ ਜ਼ਰੂਰ। ਤੇ ਮੈਂ ਜਸਤੇਜ ਸਿੰਘ ਜੀ ਨਾਲ ਸ਼ੇਅਰ ਕਰ ਰਿਹਾ ਸੀ ਤੇ ਮੈਂ ਸ਼ੇਅਰ ਕਰ ਦਿੰਦਾ ਉਹਨਾਂ ਦਾ ਆਨਸਰ ਇੱਥੇ ਕਿ he said to me ਕਿ ਵੀ ਜੇ ਮੈਨੂੰ ਕੋਈ ਏਦਾਂ ਬੁਲੀ ਕਰ ਰਿਹਾ ਤੇ I will focus and work hard to improve my economic status ਤੇ ਮੈਂ ਉਹ ਕਰਾਂਗਾ so that people around me can't bully me। ਤੇ ਫਿਰ ਮੈਂ ਜਦੋਂ ਉਹ ਸਿਚੁਏਸ਼ਨ ਵਿੱਚੋਂ ਇੰਪਰੂਵ ਹੋ ਜਾਵਾਂਗਾ then I can focus on my spiritual journey। so which is also ਮੈਨੂੰ ਬੜਾ ਅਮੇਜ਼ਿੰਗ ਆਨਸਰ ਲੱਗਿਆ ਸੀ। I thought it will be worthwhile sharing here ਕਿ ਇਸ ਤਰ੍ਹਾਂ ਦੇ ਤੁਹਾਡੇ ਸਾਰਿਆਂ ਦੇ ਮਾਈਂਡ ਵਿੱਚ ਵੀ ਡਿਫਰੈਂਟ ਜਿਹੜੇ ਨੇ ਉਹ ਆਨਸਰਸ ਆਮ ਸ਼ੋਰ ਆ ਰਹੇ ਹੋਣਗੇ ਜੇ ਅਸੀਂ ਉਹ ਭਗਤਾਂ ਦੀ ਜੀਵਨ ਦੇ ਵਿੱਚ ਇੱਕ ਵਾਰੀ ਕੁਇਕਲੀ ਆਪਣੇ ਆਪ ਨੂੰ ਉਹਨਾਂ ਦੇ ਸ਼ੂ ਦੇ ਵਿੱਚ ਲੈ ਕੇ ਜਾਈਏ and start thinking if I am doing hard work, I am not economically stable in the society, ਤਾਂ ਮੇਰਾ ਬਿਹੇਵੀਅਰ ਕਿਵੇਂ ਦਾ ਹੋਏਗਾ। ਇੰਨੀ ਸਾਰੀ ਡਾਈਵਰਸ ਬੈਕਗ੍ਰਾਉਂਡ ਚੋਂ ਆਏ, ਬਹੁਤ ਜ਼ਿਆਦਾ ਫੋਕਸਡ ਸੀਗੇ, ਬੜੀ ਡੈਡੀਕੇਸ਼ਨ ਸੀਗੀ ਕਿ ਵੀ ਉਹਨਾਂ ਨੂੰ ਜਿਹੜੇ ਫਿਜ਼ੀਕਲ ਵਰਲਡ ਦੇ ਚੈਲੰਜਸ ਸੀਗੇ ਉਹ ਸਟਾਪ ਨਹੀਂ ਕਰ ਸਕੇ ਟੂ ਗਰੋ ਇਨ देयर spiritual journey। Why it was possible for them to work on that? Because they were aware why have they come into this world and they stayed dedicated and focused to achieve that। ਹਰੇਕ ਉਹਨਾਂ ਨੇ ਆਪਣੇ ਆਪਣੇ ਕੰਮ ਨੂੰ ਕੰਟੀਨਿਊ ਰੱਖਿਆ ਪਰ ਸਪਿਰਚੁਅਲ ਜਰਨੀ ਤੇ ਧਿਆਨ ਨਾਲ ਜ਼ਿਆਦਾ ਰੱਖਿਆ। ਸੋ ਵੈਰੀ ਗੁੱਡ ਜੀ, ਥੈਂਕ ਯੂ ਬੱਚਿਓ। ਹਾਂਜੀ, ਨੈਕਸਟ ਵਨ ਕੋਈ ਪੜ ਸਕਦਾ ਜੀ? Anyone can read the second point? ਹਾਂਜੀ, ਇਕਦਾਤ ਕੌਰ ਜੀ। ਇਕਦਾਤ ਕੌਰ ਜੀ ਪੜੋਗੇ? ਠੀਕ ਹੈ, ਅਨਾਹਤ ਕੌਰ ਜੀ ਤੁਸੀਂ ਪੜ ਦਿਓ। The second one? ਹਾਂਜੀ ਬੇਟੇ। They all came from humble backgrounds and faced lots of challenges to practice their beliefs. So society created lot of hurdles for Bhagat Sahibans, but they didn't deviate from their path. ਹਾਂਜੀ, ਵੈਰੀ ਗੁੱਡ ਜੀ। ਦੇਖੋ ਉਹਨੇ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਸਾਰੇ ਭਗਤ ਸਾਹਿਬਾਨ ਜਿਹੜੇ ਨੇ ਉਹ ਬੜੀ ਹੰਬਲ ਬੈਕਗ੍ਰਾਉਂਡ ਚੋਂ ਆਏ, ਜਿਹੜੀ ਐਟ ਦੈਟ ਟਾਈਮ ਉਹਨਾਂ ਨੂੰ ਸਪਿਰਿਚੁਅਲਿਟੀ ਨੂੰ ਪ੍ਰੈਕਟਿਸ ਕਰਨ ਦੀ ਪਰਮਿਸ਼ਨ ਨਹੀਂ ਸੀਗੀ। ਉਹਨਾਂ ਦੇ ਵਾਸਤੇ ਬਹੁਤ ਕੁਝ ਚੈਲੰਜਸ ਕ੍ਰੀਏਟ ਕੀਤੇ ਜਾਂਦੇ ਸੀਗੇ, ਬੜੀਆਂ ਹਰਡਲਸ ਉਹਨਾਂ ਦੀ ਲਾਈਫ ਵਿੱਚ ਆਉਂਦੀਆਂ ਸੀਗੀਆਂ ਤਾਂ ਕਿ ਉਹ ਸਪਿਰਿਚੁਅਲ ਜਰਨੀ ਨੂੰ ਕੰਟੀਨਿਊ ਨਾ ਕਰ ਸਕਣ ਬਿਕੋਜ਼ ਦੇ ਆਲ ਬਿਲੋਂਗਡ ਟੂ ਅ ਸਰਟਨ ਕਾਸਟ। ਤੇ ਉਹ ਜਿਹੜਾ ਟਾਈਮ ਸੀਗਾ ਉਸ ਟਾਈਮ ਦੇ ਵਿੱਚ ਓਨਲੀ ਬਿਲਕੁਲ ਕੁਝ ਲਿਮਿਟਡ ਪੀਪਲ ਹੁੰਦੇ ਸੀ ਜਿਨ੍ਹਾਂ ਨੂੰ ਸਪਿਰਿਚੁਅਲ ਨੌਲੇਜ ਦਾ ਪਰਮਿਸ਼ਨ ਸੀਗੀ ਕਿ ਉਹ ਸਪਿਰਿਚੁਅਲਿਟੀ ਦੇ ਬਾਰੇ ਗੱਲ ਕਰ ਸਕਦੇ ਨੇ ਜਾਂ ਉਹ ਕਿਸੇ ਟੈਂਪਲ ਦੇ ਵਿੱਚ ਵਿਜ਼ਿਟ ਕਰ ਸਕਦੇ ਨੇ। ਨਾਟ ਸੋਸਾਇਟੀ, ਜਿਵੇਂ ਕਿ ਆਪਾਂ ਆਪਣੇ ਪ੍ਰੀਵੀਅਸ ਸੈਸ਼ਨਸ ਦੇ ਵਿੱਚ ਗੱਲ ਕੀਤੀ ਸੀ ਕਿ ਸੋਸਾਇਟੀ ਜਿਹੜੀ ਹੈ ਇਟ ਵਾਸ ਕੁਆਇਟ ਡਿਵਾਈਡਡ ਤੇ ਉਹ ਡਿਵੀਜ਼ਨ ਦੇ ਵਿੱਚ ਜਿਹੜੇ ਓਬਵੀਅਸਲੀ ਹਾਇਰ ਕਾਸਟ ਦੇ ਲੋਕ ਸੀਗੇ ਉਹਨਾਂ ਨੂੰ ਪਰਮਿਸ਼ਨ ਸੀਗੀ ਕਿ ਉਹ ਪ੍ਰੈਕਟਿਸ ਕਰ ਸਕਦੇ ਨੇ। ਇਹ ਸਾਰੇ ਜਿਹੜੇ ਸੀਗੇ ਦੇ ਵਰ ਫਰੋਮ ਸੋ ਮੈਨੀ ਡਿਫਰੈਂਟ ਕਾਸਟ, ਡਿਫਰੈਂਟ ਪ੍ਰੋਫੈਸ਼ਨਸ, ਇਹਨਾਂ ਦੇ ਵਿੱਚ ਬਹੁਤ ਸਾਰੇ ਹਰਡਲਸ, ਬੜੇ ਚੈਲੰਜਸ ਇਹਨਾਂ ਵਾਸਤੇ ਕ੍ਰੀਏਟ ਕੀਤੇ ਜਾਂਦੇ ਸੀ ਤਾਂ ਕਿ ਇਹ ਡਿਸਟਰੈਕਟ ਹੋ ਜਾਣ ਤੇ ਡਿਵੀਏਟ ਹੋ ਜਾਣ ਤਾਂ ਕਿ ਇਹ ਸਪਿਰਿਚੁਅਲਿਟੀ ਦੀ ਗੱਲ ਨਾ ਕਰਨ। ਐਂਡ ਦੋਜ਼ ਹਰਡਲਸ ਵਰ ਨਾਟ ਈਜ਼ੀ, they were not easy at all। ਜੇ ਮੈਂ ਆਪਣੀ ਗੱਲ ਕਰਾਂ why are we learning this today ਕਿ do I have those hurdles so I can put them as an excuse not to read or learn from Gurbani?
ਮੇਰੇ ਕੋਲ ਅੱਜ ਉਹ ਸੇਮ ਟਾਈਪਸ ਆਫ ਚੈਲੰਜਸ ਨਹੀਂ ਨੇ, ਬਟ I still try my best to find excuses not to read and learn from Gurbani. ਮੈਂ ਗੁਰਮਤ ਕਲਾਸ ਦਾ ਸੈਸ਼ਨ ਸਕਿਪ ਕਰ ਦਾਂਗਾ, ਮੈਂ ਆਪਣੀ ਅਸਾਈਨਮੈਂਟ ਨੂੰ ਕੰਪਲੀਟ ਨਹੀਂ ਕਰਾਂਗਾ, ਬਿਕੋਜ਼ I have got other things to do, because the other things are more priority for me. But ਭਗਤ ਸਾਹਿਬਾਨ ਦਾ ਜਿਹੜਾ ਜੀਵਨ ਸੀਗਾ, it was more focused on their spiritual journey. This was their priority. The hard work from their profession, as well as all the hurdles which the current at the time society created for them, did not deviate them, because ਉਹ ਬੜੇ focused ਔਰ ਬੜੇ dedicated ਸੀਗੇ. We hope ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਉਹਨਾਂ ਦੀ ਲਾਈਫ ਦੇ ਵਿੱਚੋਂ ਦੀ ਐਕਸਪੀਰੀਅੰਸ ਨੂੰ ਜਿਹੜਾ ਉਹਨਾਂ ਦੇ ਵਿੱਚੋਂ ਲਰਨ ਕਰਕੇ ਅਸੀਂ ਵੀ ਗੁਰਬਾਣੀ ਤੋਂ ਸਿੱਖਿਆ ਲੈਣ ਵਾਸਤੇ ਹਮੇਸ਼ਾ ਆਪਣੇ ਆਪ ਨੂੰ ਪ੍ਰਪੇਅਰ ਐਂਡ ਰੈਡੀ ਰੱਖਾਂਗੇ. So that's the main reason of learning from Bhagat Sahibans Jeevan and their professions. Very good ji. Taranveer Singh ji, next padhoge? There is a lot to learn, from lives of each Bhagat Sahiban, how they were doing their profession and at the same time were progressing in their spiritual life without worrying about difficulties that society created for them. ਠੀਕ ਹੈ, ਹੁਣੇ ਅਸੀਂ ਦੇਖਿਆ ਕਿ ਵੀ ਇਹ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ, ਇਟ ਵਿਲ ਬੀ ਮੋਰ ਈਜ਼ੀਅਰ ਜਦੋਂ ਤੁਸੀਂ ਆਪਣੀ ਕਰੰਟ ਲਾਈਫ ਦੇ ਨਾਲ ਇਹਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕਰੋਗੇ. ਤੁਹਾਡੇ ਕੋਲ ਸਕੂਲ ਦੀ ਅਸਾਈਨਮੈਂਟ ਹੈ, ਤੁਹਾਡੇ ਕੋਲ ਕੋਈ ਗੇਮ ਹੈ, ਤੁਸੀਂ ਖੇਡਣ ਜਾਣਾ ਹੈ, ਤੁਹਾਡੇ ਕੋਈ ਹੋਰ ਫੈਮਿਲੀ ਕਮਿਟਮੈਂਟ ਹੈ, ਹਨਾ, ਤੁਸੀਂ ਕਿਸੇ ਪਲੇ ਡੇਟ ਤੇ ਜਾਣਾ ਹੈ. ਦੇਰ ਆਰ ਥਿੰਗਸ ਯੂ ਹੈਵ ਟੂ ਡੂ ਥਰੂ ਆਊਟ ਦ ਵੀਕ. How do you manage and prioritize all those difficult different things ਤਾਕਿ ਸਾਰੀਆਂ ਚੀਜ਼ਾਂ ਨੂੰ ਅਚੀਵ ਕੀਤਾ ਜਾ ਸਕੇ? What gets the priority? ਹਨਾ, ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਮਿਲ ਲੈਂਦੀ ਹੈ, that means that's where your focus is. ਤੋ ਇੱਥੇ ਅਸੀਂ ਜਿਹੜਾ ਭਗਤਾਂ ਦੇ ਜੀਵਨ ਦੇ ਵਿੱਚੋਂ ਦੀ ਸਾਰਿਆਂ ਤੋਂ ਕੀ ਸਿੱਖ ਰਹੇ ਹੈਗੇ ਆ ਕਿ ਵੀ ਉਹ ਉਹਨਾਂ ਨੂੰ ਇਸ ਗੱਲ ਦਾ ਪੂਰੀ ਅਵੇਅਰ ਸੀਗਾ, ਉਹਨਾਂ ਦੀ ਪ੍ਰਾਇੋਰਟੀ ਸੀਗੀ ਕਿ ਸਪਿਰਿਚੁਅਲ ਲਾਈਫ ਨੂੰ ਐਕਸਪੀਰੀਅੰਸ ਕਰਨਾ ਹੈ. ਉਹਦੇ ਨਾਲ ਅਸੀਂ ਆਪਣੇ ਜਿਹੜੇ ਕਰੰਟ ਚੈਲੰਜਸ ਨੇ, ਜਿਹੜੇ ਫਿਜ਼ੀਕਲ ਵਰਲਡ ਦੇ ਵਿੱਚ ਫੇਸ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਜਿਹੜਾ ਮੈਨੇਜ ਕਰ ਸਕਦੇ ਹਾਂ if we are focused on our spiritual journey. ਜੇ ਅਸੀਂ spirituality ਦੇ ਵਿੱਚ ਨਹੀਂ focused ਰਵਾਂਗੇ, then all these physical world challenges will very quickly and easily distract them to go and follow the path of bad voice. So obviously ਉਹਨਾਂ ਨੇ ਆਪਣਾ right ਜਿਹੜਾ path ਸੀਗਾ ਉਹਨੂੰ choose ਕੀਤਾ ਤੇ ਉਹਨਾਂ ਦੇ ਲਾਈਫ ਐਕਸਪੀਰੀਅੰਸ ਦੇ ਵਿੱਚੋਂ ਅੱਜ ਅਸੀਂ ਵੀ ਬੈਨੀਫਿਟ ਲੈ ਪਾ ਰਹੇ ਹਾਂ ਜੇ ਅਸੀਂ ਚਾਹੁੰਦੇ ਹਾਂ ਤਾਂ. ਵੈਰੀ ਗੁੱਡ ਜੀ. ਸੋ ਨੈਕਸਟ ਵਨ ਪ੍ਰਭਵੀਰ ਸਿੰਘ ਜੀ, ਤੁਸੀਂ ਪੜ੍ਹ ਦਿਓ. For example, most of them were not allowed to practice religion or read any scripture because they were from lower caste, Sudra. ਠੀਕ ਹੈ, ਜਿਵੇਂ ਮੈਂ ਹੁਣੇ ਪਹਿਲਾਂ ਮੈਂਸ਼ਨ ਕੀਤਾ ਸੀ, ਅਸੀਂ ਇਹ ਸਿੱਖਿਆ ਵੀ ਸੀਗਾ ਆਪਣੇ ਪਿੱਛੇ ਇੱਕ ਥੋੜੇ ਹਫ਼ਤੇ ਪਹਿਲਾਂ ਇੱਕ ਡਿਫਰੈਂਟ ਟੌਪਿਕ ਦੇ ਵਿੱਚ ਕਿ ਸੋਸਾਇਟੀ ਜਿਹੜੀ ਆ ਉਹ ਡਿਫਰੈਂਟ ਕਾਸਟਸ ਦੇ ਵਿੱਚ ਡਿਵਾਈਡਡ ਸੀਗੀ. ਉਹਨਾਂ ਵਿੱਚੋਂ ਇੱਕ ਕਾਸਟ ਸੀਗੀ ਸੂਦਰਾ, ਜਿਹੜੀ ਕਿ ਪ੍ਰੋਫੈਸ਼ਨ ਬੇਸਡ ਹੁੰਦੀ ਸੀ. ਸੋ ਜਿਹੜੇ ਮੈਜੋਰਿਟੀ ਆਫ ਇੱਥੇ ਜਿਹੜੇ ਨੇ, ਨਾਟ ਆਲ ਆਫ them, ਬਟ ਮੈਜੋਰਿਟੀ ਆਫ ਦ ਪ੍ਰੋਫੈਸ਼ਨਸ ਜਿਹੜੇ ਸੀਗੇ ਉਹ ਸ਼ੂਦਰਾ ਕਾਸਟ ਦੇ ਅੰਡਰ ਆਉਂਦੇ ਸੀਗੇ. ਸੋ ਬਿਕੋਜ਼ ਆਫ ਦੈਟ ਉਹਨਾਂ ਨੂੰ ਪਰਮਿਸ਼ਨ ਨਹੀਂ ਸੀਗੀ. Without all those permissions, without access to any spiritual text or any spiritual places, ਉਹਨਾਂ ਨੇ ਆਪਣੀ ਜਰਨੀ ਨੂੰ ਕੰਟੀਨਿਊ ਰੱਖਿਆ. I hope that we can all learn from their lives and their experiences to try and find excuses so that we can learn from Gurbani. Try to come up with an excuse to yourself that today I have this excuse, I want to learn from Gurbani. I want to stay focused on my spiritual journey. ਆਪਾਂ ਨੂੰ ਕੋਸ਼ਿਸ਼ ਕਰਨੀ ਪਏਗੀ ਹਮੇਸ਼ਾ ਜੇ ਅਸੀਂ ਧਿਆਨ ਰੱਖਾਂਗੇ, ਕਿਉਂਕਿ ਜਿਹੜੀ ਚੀਜ਼ਾਂ ਨੇ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਕਿ if you have
set up a time to play a game with your friend, but your parents are now saying that you need to eat your food or you need to complete your school work before you can play. What do you do? Do you drag on your food? Do you sit on your school work for a long time and not complete it? Or would you try your best to complete your homework on time, finish your food quickly so that you can jump on ਤੇ ਤੁਸੀਂ ਜਾ ਕੇ ਆਪਣੇ ਫਰੈਂਡ ਨਾਲ ਗੇਮ ਖੇਡ ਸਕੋ? ਜੇ ਅਸੀਂ ਉਹ ਕਰ ਸਕਦੇ ਹਾਂ then definitely I hope ਕਿ ਜੇ ਅਸੀਂ ਸਾਡਾ ਧਿਆਨ ਹੋਏਗਾ, ਸਾਡਾ ਫੋਕਸ ਹੋਏਗਾ ਕਿ ਅਸੀਂ ਆਪਣੀ ਅਸਾਈਨਮੈਂਟਸ ਨੂੰ ਕੰਪਲੀਟ ਕਰਨਾ ਹੈ, ਗੁਰਬਾਣੀ ਦੇ ਸੈਸ਼ਨਸ ਦੇ ਵਿੱਚੋਂ ਦੀ ਆ ਕੇ ਜਿਹੜਾ ਟੈਕਸਟ ਨੂੰ ਰਿਵਾਈਜ਼ ਕਰਨਾ ਹੈ, ਅਸੀਂ ਗੁਰਬਾਣੀ ਨੂੰ ਪੜ੍ਹਨਾ ਹੈ, ਅਸੀਂ ਇਹਦੇ ਵਿੱਚੋਂ ਸਿੱਖਿਆ ਲੈਣੀ ਹੈ, then I'm sure ਕਿ ਬਾਕੀ ਜਿਹੜੇ ਟਾਸਕ ਜਿਹੜੇ ਸਾਡੇ ਕੋਲ ਹੈਗੇ ਨੇ ਉਹ ਸਾਡੇ ਵਾਸਤੇ ਹਰਡਲ ਨਹੀਂ ਬਣਨਗੇ, ਅਸੀਂ ਉਹਨਾਂ ਨੂੰ ਸਟਾਪ ਵੀ ਨਹੀਂ ਕਰਾਂਗੇ ਕਰਨ ਵਾਸਤੇ। We will continue to put efforts, ਬਾਕੀ ਸਾਰੇ ਕੰਮ ਕਰਦੇ ਹੋਏ ਅਸੀਂ ਵੀ ਜਿਵੇਂ ਭਗਤਾਂ ਦੇ ਜੀਵਨ ਚੋਂ ਇੰਸਪੀਰੇਸ਼ਨ ਲੈ ਕੇ ਅਸੀਂ ਵੀ ਆਪਣੇ ਜੀਵਨ ਨੂੰ ਫੋਕਸਡ ਰੱਖਾਂਗੇ ਤਾਂ ਕਿ ਅਸੀਂ ਵੀ ਨਾਲ ਨਾਲ ਆਪਣੀ ਸਪਿਰਚੁਅਲ ਜਰਨੀ ਨੂੰ ਗਰੋ ਕਰਦੇ ਰਹੀਏ। ਹਾਂਜੀ ਜਪਲੀਨ ਕੌਰ ਜੀ, ਕੋਈ ਕੁਐਸਚਨ ਹੈ ਬੇਟੇ? ਨਹੀਂ, ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰ ਸਕਦੀ ਹਾਂ? ਜੀ ਬਿਲਕੁਲ, ਸ਼ੋਰ ਬੇਟੇ। ਅੱਜ ਮੈਂ ਪ੍ਰੀ ਵਰਕ ਨਹੀਂ ਕੰਪਲੀਟ ਕਰਨਾ ਸੀ, ਮੈਂ ਪ੍ਰੀ ਵਰਕ ਨਹੀਂ ਕੰਪਲੀਟ ਕੀਤਾ ਸੀ ਤੇ ਮੈਂ ਆਪਣੀ ਛੋਟੀ ਭੈਣ ਨਾਲ ਖੇਡਣਾ ਸੀ ਤੇ ਫਿਰ ਪਾਪਾ ਨੇ ਕਿਹਾ ਸੀ ਪਹਿਲਾਂ ਪ੍ਰੀ ਵਰਕ ਕਰ ਲਓ। ਫਿਰ ਮੈਂ ਜਲਦੀ ਪ੍ਰੀ ਵਰਕ ਕਰਕੇ ਸਾਰਾ ਸਮਝ ਕਰਕੇ ਫਿਰ ਮੈਂ ਆਪਣੀ ਛੋਟੀ ਭੈਣ ਨਾਲ ਖੇਡ ਸਕਦੀ ਸੀ। ਵੈਰੀ ਗੁੱਡ, ਥੈਂਕ ਯੂ ਜੀ ਜਪਲੀਨ ਕੌਰ ਜੀ। ਰੀਅਲੀ ਥੈਂਕਫੁਲ ਕਿ ਤੁਸੀਂ ਇੱਦਾਂ ਦੇ ਐਕਸਪੀਰੀਐਂਸਿਸ ਜਿਹੜੇ ਨੇ ਔਰ ਆਪਣੇ ਸਾਡੇ ਨਾਲ ਸ਼ੇਅਰ ਕਰ ਰਹੇ ਹੋ ਐਗਜ਼ਾਮਪਲਸ। ਕਿਸੇ ਹੋਰ ਬੱਚੇ ਨੇ ਕੋਈ ਕੁਐਸਚਨ ਪੁੱਛਣਾ ਹੈ ਜਾਂ ਕੁਝ ਹੋਰ ਚੀਜ਼ ਐਡ ਕਰਨੀ ਹੈ? ਐਨੀਥਿੰਗ ਐਲਸ ਯੂ ਵਾਂਟ ਟੂ ਐਡ ਔਰ ਆਸਕ ਬਿਫੋਰ ਵੀ ਮੂਵ ਔਨ? ਕੋਈ ਚੀਜ਼ ਐਸੀ ਹੈਗੀ ਹੈ ਜਿਹੜੀ ਆਪਾਂ ਹੁਣ ਤੱਕ ਗੱਲ ਕੀਤੀ ਹੈ ਜਾਂ ਤੁਹਾਨੂੰ ਨਹੀਂ ਸਮਝ ਆਈ ਜਾਂ ਮੈਂ ਨਹੀਂ ਐਕਸਪਲੇਨ ਕਰ ਪਾਇਆ ਠੀਕ ਤਰ੍ਹਾਂ? Anything you guys want to ask here? ਠੀਕ ਹੈ ਜੀ। ਸੋ ਜਿਹੜੇ ਬਰੀਫ ਦੇ ਵਿੱਚ ਇਸ ਸਲਾਈਡ ਦੇ ਵਿੱਚ ਅਸੀਂ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ ਹਾਂ ਸਮਝਣ ਦੀ ਕਿ ਵੀ ਇਨ ਸਪਾਈਟ ਆਫ ਕਮਿੰਗ ਫਰੋਮ ਆਲ ਦ ਡਿਫਰੈਂਟ ਬੈਕਗਰਾਉਂਡਸ, ਡਿਫਰੈਂਟ ਪ੍ਰੋਫੈਸ਼ਨਸ, ਡਿਫਰੈਂਟ ਰੀਜਨਸ, ਸਾਰੇ ਭਗਤ ਸਾਹਿਬਾਨ ਜਿਹੜੇ ਸੀਗੇ ਉਹ ਆਪਣੀ ਸਪਿਰਚੁਅਲ ਜਰਨੀ ਦੇ ਵਿੱਚ ਫੋਕਸਡ ਸੀਗੇ। ਸੋਸਾਇਟੀ ਨੇ ਉਹਨਾਂ ਨੂੰ ਬਹੁਤ ਸਾਰੀ ਡਿਫਿਕਲਟੀਜ਼ ਔਰ ਚੈਲੰਜਸ ਦਿੱਤੇ ਟੂ ਗਰੋ ਔਨ ਦੇਅਰ ਸਪਿਰਚੁਅਲ ਜਰਨੀ। ਇਨ ਰਿਟਰਨ all the Bhagat Sahiban gave the society the wealth of spirituality ਤਾਂ ਕਿ ਬਾਕੀ ਸਾਰੇ ਬੰਦੇ ਉਸ ਪੋਜ਼ਿਟਿਵ ਸਪਿਰਚੁਅਲ ਨੌਲੇਜ ਦੇ ਵਿੱਚੋਂ ਦੀ ਆਪਣੇ ਆਪ ਨੂੰ ਗਿਆਨ ਦੇ ਕੇ ਆਪਣੀ ਲਾਈਫ ਨੂੰ ਇੰਪਰੂਵ ਕਰ ਸਕਣ। So this was their contribution to the society. That is why we are today learning from the Banis of Bhagat Sahibans. That is why their Banis are incorporated in Guru Granth Sahib Ji. ਤਾਂ ਹੀ ਕਰਕੇ ਅਸੀਂ ਇਹਨਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਕਿਉਂਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੋਜ਼ਿਟਿਵਲੀ ਸੁਸਾਇਟੀ ਨੂੰ ਗਰੋ ਕਰਨ ਦੇ ਲਈ ਸਪਿਰਚੁਅਲ ਵੈਲਥ ਨੂੰ ਸ਼ੇਅਰ ਕੀਤਾ ਤਾਂ ਕਿ ਬਾਕੀ ਸਾਰੇ ਵੀ ਉਹਦੇ ਵਿੱਚੋਂ ਬੈਨੀਫਿਟ ਲੈ ਸਕਣ। ਐਂਡ ਵੀ ਆਰ ਆਲ ਸੇਮ, ਅਸੀਂ ਵੀ ਉਹਨਾਂ ਵਰਗੇ ਹੀ ਹਾਂ ਜਿਹੜੇ ਇਸ ਗਿਆਨ ਨੂੰ ਪੜ੍ਹ ਕੇ ਇਹਦੇ ਵਿੱਚੋਂ ਬੈਨੀਫਿਟ ਲੈ ਕੇ ਆਪਣੀ ਲਾਈਫ ਨੂੰ ਅੱਛਾ ਬਣਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਸੋ ਆਈ ਹੋਪ ਕਿ ਅਸੀਂ ਇਹ ਸਾਰੇ ਜਿਹੜੇ ਭਗਤਾਂ ਦੇ ਲਾਈਫ ਐਗਜ਼ਾਮਪਲਸ ਦੇ ਵਿੱਚੋਂ ਦੀ ਕੁਛ ਨਾ ਕੁਛ ਸਿੱਖ ਕੇ ਅਸੀਂ ਆਪਣੀ ਲਾਈਫ ਵਿੱਚ ਉਹਨੂੰ ਅਪਲਾਈ ਕਰ ਸਕਾਂਗੇ। ਸੋ ਲੈਟਸ ਮੂਵ ਔਨ ਟੂ ਦ ਨੈਕਸਟ ਸਲਾਈਡ ਜੀ। ਸੋ ਨੀਡ ਸਮ ਵੋਲੰਟੀਅਰਸ ਜੀ ਪੜ੍ਹਨ ਵਾਸਤੇ। ਹੁਣ ਤੱਕ ਨਹੀਂ ਪੜ੍ਹਿਆ ਜੀ ਪਲੀਜ਼ ਰੇਜ਼ ਯੂਰ ਹੈਂਡ ਜਿਨ੍ਹਾਂ ਨੇ ਬਿਲਕੁਲ ਨਹੀਂ ਪੜ੍ਹਿਆ। ਹਾਂਜੀ ਹਰਨੂਰ ਕੌਰ ਜੀ। Bhagat Sahiban used lot of terms from their own professions to document the message of Waheguru Ji for humanity. ਹਾਂਜੀ ਦੇਖੋ ਇਹ ਕਿੰਨਾ ਇੰਟਰਸਟਿੰਗ ਪੁਆਇੰਟ ਹੈਗਾ ਕਿ ਵੀ ਸਾਰੇ ਭਗਤ ਸਾਹਿਬਾਨਸ ਨੇ ਕਿਉਂਕਿ ਅਸੀਂ ਦੇਖਿਆ ਕਿ ਡਿਫਰੈਂਟ ਪ੍ਰੋਫੈਸ਼ਨਸ ਦੇ ਵਿੱਚੋਂ ਆਏ ਸੀਗੇ। ਸੋ ਇਸ ਕਰਕੇ ਉਹਨਾਂ ਨੇ ਆਪਣੇ ਪ੍ਰੋਫੈਸ਼ਨਸ ਦੇ ਵਿੱਚੋਂ ਜਿਹੜਾ ਉਹ ਟੂਲਸ ਯੂਜ਼ ਕਰਦੇ ਸੀ, ਜਿਹੜੀਆਂ ਟੈਕਨੀਕਸ ਯੂਜ਼ ਕਰਦੇ ਸੀਗੇ ਆਪਣੇ ਫਿਜ਼ੀਕਲ ਵਰਲਡ ਦੇ ਵਿੱਚ ਕੰਮ ਕਰਨ ਦੇ ਲਈ, ਉਹਨਾਂ ਟੂਲਸ ਐਂਡ ਟੈਕਨੀਕਸ ਨੂੰ ਯੂਜ਼ ਕਰਕੇ ਜਿਹੜਾ ਸਪਿਰਿਚੁਅਲਿਟੀ ਦਾ ਮੈਸੇਜ ਸੀਗਾ, ਜਿਹੜਾ ਪਰਮੇਸ਼ਰ ਜੀ ਦਾ ਮੈਸੇਜ ਸੀਗਾ ਉਹ ਹਿਊਮੈਨਿਟੀ ਨੂੰ ਡਿਲੀਵਰ ਕੀਤਾ ਤਾਂ ਕਿ ਜਿਹੜੇ ਲੋਕ ਉਸ ਵੇਲੇ ਉਸ ਸੁਸਾਇਟੀ ਦੇ ਵਿੱਚ ਰਹਿੰਦੇ ਸੀਗੇ, ਜਿਹੜੇ ਉਸ ਪ੍ਰੋਫੈਸ਼ਨ ਦੇ ਬਾਰੇ ਕੁਝ ਜਾਣਦੇ ਸੀਗੇ, ਇਟ ਵਾਜ਼ ਈਜ਼ੀ
for them to understand the message. ਜਿਵੇਂ ਕਿ ਤੁਸੀਂ ਸਮਝ ਪਾਓਗੇ ਕਿ ਆਪਾਂ during these sessions ਬਹੁਤ ਸਾਰੇ examples ਤੁਹਾਡੇ ਨਾਲ share ਕੀਤੇ ਨੇ from your daily life. ਅਸੀਂ swimming ਦੇ example ਲਏ, ਅਸੀਂ soccer ਦੇ example ਲਏ, ਅਸੀਂ cricket ਦਾ example ਲਿਆ, ਅਸੀਂ ਤੁਹਾਡੇ ਪੇਰੈਂਟਸ ਦੀ ਲਾਈਫ ਦੇ ਵਿੱਚੋਂ ਦੀ ਗੱਲਾਂ ਕੀਤੀਆਂ। ਜੇ ਅੱਜ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਕੋਈ ਵੀ ਕੁਐਸਚਨ ਆਂਦਾ ਹੈ, ਜੇ ਤੁਸੀਂ ਇਫ ਯੂ ਗੋ ਐਂਡ ਟਾਕ ਟੂ ਯੋਰ ਪੇਰੈਂਟਸ, ਡਿਪੈਂਡਿੰਗ ਅਪਨ ਤੁਹਾਡੇ ਪੇਰੈਂਟਸ ਦਾ ਕੀ ਪ੍ਰੋਫੈਸ਼ਨ ਹੈ, ਦੇ ਵਿਲ ਟਰਾਈ ਟੂ ਐਕਸਪਲੇਨ ਇਟ ਇਨ ਅ ਵੇ ਕਿ ਉਹਨਾਂ ਦੇ ਪ੍ਰੋਫੈਸ਼ਨ ਦੇ ਵਿੱਚੋਂ ਦੀ ਕੁਛ ਨਾ ਕੁਛ ਐਗਜ਼ਾਮਪਲਸ ਉਹ ਸ਼ੇਅਰ ਕਰਨਗੇ ਕਿ ਇਫ ਆਈ ਐਮ ਇਨ ਦੈਟ ਸਿਚੁਏਸ਼ਨ, this is how I will deal with it. Why do they do it? Because that's what their experience is. So ਏਦਾਂ ਹੀ ਅਸੀਂ ਭਗਤਾਂ ਦੇ ਜੀਵਨ ਵਿੱਚੋਂ ਵੀ ਦੇਖ ਪਾ ਰਹੇ ਹਾਂ ਕਿ ਵੀ ਇੰਨਾ ਡਾਈਵਰਸ ਜਿਹੜਾ ਸਾਡੇ ਕੋਲ ਐਕਸਪੀਰੀਅੰਸ ਸੀਗਾ, ਅਸੀਂ ਤਾਂ ਹੀ ਅੱਜ ਕੋਈ ਵੀ ਐਸਾ ਕਾਰਨਰ ਜਿਹੜਾ ਜਿਹਦੇ ਥਰੂ ਸਾਨੂੰ ਕਿਸੇ ਵੀ ਹੋਰ ਐਗਜ਼ਾਮਪਲ ਦੇ ਥਰੂ ਸਾਨੂੰ ਨੌਲੇਜ ਮਿਲ ਸਕਦੀ ਹੈ। ਐਵਰੀਥਿੰਗ ਇਜ਼ ਵੈਰੀ ਵੈਲ ਡਾਕੂਮੈਂਟਡ ਐਂਡ ਕਵਰਡ ਇਨ ਗੁਰੂ ਗ੍ਰੰਥ ਸਾਹਿਬ ਜੀ ਥਰੂ ਦ ਬਾਣੀਜ਼ ਆਫ ਭਗਤ ਐਜ਼ ਵੈਲ। So very very good ਜੀ, ਥੈਂਕ ਯੂ ਬੇਟੇ। ਹਾਂਜੀ ਜਸਤੇਜ ਸਿੰਘ ਜੀ ਨੈਕਸਟ ਪੜ੍ਹ ਦੋ। Kabir ji uses lots of examples using terms and tools used by weavers. ਠੀਕ ਹੈ, ਜਿਵੇਂ ਕਿ ਤੁਸੀਂ ਉਹ ਵੀਡੀਓ ਦੇਖਿਆ ਸੀਗਾ, ਕਬੀਰ ਜੀ's profession was he was a weaver. ਸੋ ਉਹ ਵੀਵਰ ਦੇ ਜਿਹੜੇ ਤੁਸੀਂ ਹੁਣੇ ਦੇਖੇ ਸਾਰੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਕਿੰਨੇ ਸਾਰੇ ਟੂਲਸ ਐਂਡ ਟੈਕਨੀਕਸ ਜਿਹੜੀਆਂ ਯੂਜ਼ ਹੁੰਦੀਆਂ ਨੇ, ਕਬੀਰ ਜੀ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਐਗਜ਼ਾਮਪਲ ਐਸੇ ਨੇ ਜਿਹੜੇ ਕਿ ਵੀਵਰ ਜਿਹੜੇ ਨੇ profession ਦੇ ਵਿੱਚੋਂ ਦੀ ਯੂਜ਼ ਕੀਤੇ ਗਏ ਨੇ। ਉਹ ਆਪਾਂ ਜਿਹੜੀਆਂ ਪੰਕਤੀਆਂ ਨੇ ਤੇ ਸ਼ਬਦ ਨੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸੈਸ਼ਨਸ ਦੇ ਵਿੱਚ ਉਹ ਪੜ੍ਹ ਕੇ ਤੇ ਉਹਨਾਂ ਦੇ ਵਿੱਚੋਂ ਹੋਰ ਫਰਦਰ ਸਮਝਣ ਦੀ ਅਟੈਂਪਟ ਕਰਾਂਗੇ। ਫॉर ਨਾਓ ਇਹ ਤੁਹਾਡੇ ਵਾਸਤੇ ਨੌਲੇਜ ਵਾਸਤੇ ਸੀਗਾ, ਕਿਉਂਕਿ ਜਦੋਂ ਹਰੇਕ ਐਸਪੈਕਟ ਦੇ ਥਰੂ ਸਾਡੇ ਕੋਲ ਉਹ ਨੌਲੇਜ ਆ ਰਹੀ ਹੈ, then we do not have excuse to go back and say ਕਿ I don't understand this. ਸਾਡੇ ਕੋਲ ਹਰ ਤਰ੍ਹਾਂ ਦਾ ਨੌਲੇਜ ਹੈ। ਇਹੀ ਅਸੀਂ ਅਟੈਂਪਟ ਕਰ ਰਹੇ ਹਾਂ ਅੱਜ ਕਿ ਅਸੀਂ ਹਰ ਰੋਜ਼, ਜਿਵੇਂ ਉਸ ਵੇਲੇ ਦੀ ਸੁਸਾਇਟੀ ਨੂੰ ਡਿਫਰੈਂਟ ਜਿਹੜੇ ਟਾਈਪਸ ਆਫ ਐਗਜ਼ਾਮਪਲਸ ਲੈ ਕੇ, ਡਿਫਰੈਂਟ ਟੂਲਸ ਦੀ ਐਗਜ਼ਾਮਪਲਸ ਲੈ ਕੇ, ਲੋਕਲ ਸੁਸਾਇਟੀ 'ਚ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਸੀ ਉਹ ਨੌਲੇਜ ਦਿੱਤੀ ਗਈ ਅਬਾਊਟ ਸਪਿਰਿਚੁਅਲਿਟੀ, ਉਹੀ ਨੌਲੇਜ ਨੂੰ ਅਸੀਂ ਅੱਜ ਵੀ ਯੂਜ਼ ਕਰ ਪਾ ਰਹੇ ਹਾਂ ਤੇ ਉਹਦੇ ਵਿੱਚੋਂ ਬੈਨੀਫਿਟ ਲੈ ਪਾ ਰਹੇ ਹਾਂ ਜੀ। ਹਾਂਜੀ ਹਰਲਿਪ ਸਿੰਘ ਜੀ ਤੁਸੀਂ ਨੈਕਸਟ ਪੜ੍ਹ ਦਿਓ। ਹਰਲਿਪ ਸਿੰਘ ਜੀ ਤੁਹਾਡਾ ਮਿਊਟ ਹੈ ਬੇਟੇ। ਠੀਕ ਹੈ, ਤਰਨਵੀਰ ਸਿੰਘ ਜੀ ਤੁਸੀਂ ਪੜ੍ਹ ਦਿਓ। The second one. Third one bete. uses examples of filmmaking to help us understand the concept of good and bad words. ਠੀਕ ਹੈ ਜੀ, that's okay। ਤਰਨਵੀਰ ਸਿੰਘ ਜੀ ਤੁਸੀਂ ਨੈਕਸਟ ਪੜ੍ਹ ਲੈਣਾ। ਹਰਲਿਪ ਸਿੰਘ ਜੀ ਥੈਂਕ ਯੂ ਜੀ, ਸਾਨੂੰ ਆਵਾਜ਼ ਨਹੀਂ ਸੀ ਆ ਰਹੀ, ਸੋ ਤੁਸੀਂ ਇੱਕ ਵਾਰੀ ਦੁਬਾਰਾ ਪੜ੍ਹ ਦੋਗੇ। ਠੀਕ ਹੈ ਜੀ। Ravidas ji uses example of shoemaking to help us understand the concept of good and bad voice. ਉਹਨਾਂ ਨੇ ਆਪਣੇ shoemaking ਦੇ profession ਦੇ ਵਿੱਚੋਂ ਹਰ ਰੋਜ਼ ਦੀ ਲਾਈਫ ਦੇ ਵਿੱਚੋਂ ਜਿਹੜੀਆਂ ਐਗਜ਼ਾਮਪਲਸ, ਜਿਹੜੇ ਐਕਸਪੀਰੀਐਂਸਿਸ ਉਹ ਫੇਸ ਕਰਦੇ ਸੀਗੇ, ਉਹਨਾਂ ਨੇ ਉਹਦੇ ਥਰੂ ਉਹ ਡਾਕੂਮੈਂਟ ਕੀਤਾ ਹੈ, ਆਪਣੀ ਬਾਣੀ ਨੂੰ ਲਿਖਿਆ ਕਿ ਕਿਸ ਤਰ੍ਹਾਂ ਦੇ ਟੈਕਨੀਕਸ or skills are required to achieve ਤੁਹਾਡੀ good voice ਦਾ connection, ਔਰ ਕਿਹੜੇ ਐਕਸ਼ਨਸ ਜਿਹੜੇ during the process of shoemaking ਉਹ ਕਰਦੇ ਸੀ ਜਿਨ੍ਹਾਂ ਨਾਲ ਹੋ ਸਕਦਾ ਹੈ ਕਿ possibility of distraction is there. ਸੋ ਉਹਨਾਂ ਨੇ ਉਸ ਐਕਸਪੀਰੀਅੰਸ ਨੂੰ ਆਪਣੇ spirituality ਦੇ ਮੈਸੇਜ ਨੂੰ ਜਿਹੜਾ ਹੈ ਉਹ ਡਾਕੂਮੈਂਟ ਕਰਨ ਦੇ ਲਈ ਯੂਜ਼ ਕੀਤਾ, ਤਾਂ ਕਿ ਜੇ ਕੋਈ ਵੀ ਬੰਦੇ ਉਸ ਪ੍ਰੋਸੈਸ ਨੂੰ ਸਮਝਦੇ ਨੇ, ਉਹ ਉਸ ਪ੍ਰੋਫੈਸ਼ਨ ਨਾਲ ਅਟੈਚਡ ਨੇ ਜਾਂ ਉਸ ਸੁਸਾਇਟੀ ਵਿੱਚ ਰਹਿੰਦੇ ਨੇ, ਉਹਨਾਂ ਨੂੰ ਥਰੂ ਦੋਜ਼ ਐਗਜ਼ਾਮਪਲਸ ਉਹ ਮੈਸੇजेस ਈਜ਼ੀਲੀ ਸਮਝ ਆ ਜਾਣ। ਇਹ ਸਾਡੇ ਨਾਲ ਸਾਰਿਆਂ ਨਾਲ ਹੀ ਹੁੰਦਾ ਹੈ। ਅਸੀਂ ਕੋਈ ਵੀ ਗੇਮ ਖੇਡਣ ਜਾਂਦੇ ਹਾਂ, ਸੋ ਬੜਾ ਈਜ਼ੀ ਹੁੰਦਾ, ਸਾਨੂੰ ਪਹਿਲਾਂ ਹੀ ਜਿਹੜੀ ਹੈ ਟ੍ਰੇਨਿੰਗ ਦੇ ਟਾਈਮ ਤੇ ਦੱਸਿਆ ਜਾਂਦਾ ਹੈ ਕਿ ਵਾਟ ਡੂ ਯੂ ਨੀਡ ਟੂਡੇ ਟੂ ਪਲੇ ਐਨੀ ਗੇਮ। ਜੇ ਮੈਂ ਸਪੋਜ਼ ਆਪਾਂ ਵਾਪਸ ਆਪਣੀ ਸਵਿਮਿੰਗ ਦਾ ਐਗਜ਼ਾਮਪਲ ਲੈਂਦੇ ਹਾਂ, ਤਾਂ ਸਾਨੂੰ ਪਹਿਲਾਂ ਹੀ ਸਿਖਾਇਆ ਜਾਂਦਾ ਹੈ ਕਿ ਵੀ ਮੈਨੂੰ ਕਿਵੇਂ ਫੋਕਸਡ ਰਹਿਣਾ ਹੈ ਟੂ ਰਨ ਥਰੂ ਮਾਈ ਲੈਪਸ, ਤੇ ਮੈਂ ਕਿੰਨੀ ਫਾਸਟ ਉਹ ਕਰ ਸਕਦਾ।
ਸੋ ਜੇ ਮੈਨੂੰ ਇਹ ਵੀ ਨਾਲ ਹੀ ਦੱਸ ਦਿੱਤਾ ਜਾਂਦਾ ਹੈ ਕਿ ਜੇ ਆਪਣਾ ਬਰੀਦਿੰਗ ਨੂੰ ਸਮੂਥ ਨਹੀਂ ਰੱਖਦੇ ਹਾਂ, ਆਪਣੇ ਬੋਡੀ ਬੈਲੈਂਸ ਨੂੰ ਠੀਕ ਨਹੀਂ ਰੱਖਦੇ ਹਾਂ, ਦੈਨ ਅਸੀਂ ਕਦੇ ਵੀ ਇੱਕ ਫਾਸਟ ਔਰ ਗੁੱਡ ਸਵਿਮਰ ਨਹੀਂ ਬਣ ਸਕਾਂਗੇ। ਸੋ ਬਿਕੋਜ਼ ਵੀ ਆਰ ਇਨ ਦੈਟ ਗੇਮ ਟੁਡੇ, it becomes very easy for us to understand। ਏਦਾਂ ਹੀ ਰਵਿਦਾਸ ਜੀ ਨੇ, ਕਬੀਰ ਜੀ ਨੇ, ਸਾਰਿਆਂ ਨੇ ਆਪਣੇ ਪ੍ਰੋਫੈਸ਼ਨਸ ਦੇ ਵਿੱਚੋਂ, ਕਿਉਂਕਿ ਉਸ ਵੇਲੇ ਇਹ ਸਾਰੇ ਪ੍ਰੋਫੈਸ਼ਨਸ ਬਹੁਤ ਪ੍ਰੀਵੈਲੈਂਟ ਸੀਗੇ ਲੋਕਲ ਸੋਸਾਇਟੀਜ਼ 'ਚ, ਉਹਨਾਂ ਨੇ ਡਿਲੀਵਰ ਕੀਤੇ ਮੈਸੇजेस ਥਰੂ देयर ਓਨ ਐਗਜ਼ਾਮਪਲਸ ਐਂਡ ਟੈਕਨੀਕਸ। ਵੈਰੀ ਗੁੱਡ ਜੀ। ਅਨਾਹਤ ਕੌਰ ਜੀ, ਤੁਸੀਂ ਨੈਕਸਟ ਪੜ੍ਹ ਦਿਓ। Hanji. Bhagat Sahibans and even other contributors to Gurbani used examples from daily life: king, beggar, thief, animals, trees, plants, 5 elements, taste, human body parts, to help us understand the message of Waheguru Ji. ਹਾਂਜੀ, ਠੀਕ ਹੈ। ਜਿੰਨੇ ਵੀ ਗੁਰਬਾਣੀ ਦੇ ਵਿੱਚ ਮੈਸੇजेस ਹੈਗੇ ਨੇ, ਉਹ ਭਾਵੇਂ ਭਗਤ ਸਾਹਿਬਾਨ ਨੇ ਲਿਖੇ ਨੇ, ਭਾਵੇਂ ਰੈਸਟ ਆਫ ਦਾ ਕੰਟਰੀਬਿਊਟਰਸ ਨੇ ਲਿਖੇ ਨੇ, ਉਹ ਭਾਵੇਂ ਗੁਰੂ ਸਾਹਿਬ ਦੀ ਬਾਣੀ ਹੈ, ਭੱਟ ਸਾਹਿਬਾਨ ਦੀ ਬਾਣੀ ਹੈ, ਜਾਂ ਕਿਸੇ ਵੀ ਗੁਰਸਿੱਖ ਦੀ ਬਾਣੀ ਹੈ, ਸਾਰਿਆਂ ਨੇ ਆਪਣੀ ਐਵਰੀਡੇ ਲਾਈਫ ਦੇ ਐਕਸਪੀਰੀਐਂਸਿਸ ਨੂੰ ਹੀ ਯੂਜ਼ ਕਰਕੇ ਕੋਸ਼ਿਸ਼ ਕੀਤੀ ਕਿ ਸਾਨੂੰ ਉਹ ਸਾਰੇ ਜਿਹੜੀ ਸਾਡੀ ਲਾਈਫ ਦੇ ਵਿੱਚ ਜਿਹੜੇ ਅੱਜ ਉਹਨਾਂ ਦੀ ਰੈਲੇਵੈਂਸ ਜਿਹੜੀ ਹੈ ਉਹ ਸਾਨੂੰ ਸਮਝ ਆ ਸਕੇ, ਤਾकि एवरीडे लाइफ तो हर एक ह्यूमन गोज थ्रू द सेम काइंड ऑफ लाइफ स्टाइल। थोड़े जे जिहड़े ने टाइम दे नाल डिफरेंसेस आ जांदे ने, बट मेजोरिटी ऑफ द जिहड़ा लाइफ है वो सेम ही स्फीयर दे विच ऑपरेट हुंदी है। सो डेली लाइफ दे एग्जांपल्स लैके कोशिश की गई हर एक एस्पैक्ट ऑफ ह्यूमन लाइफ नू एड्रैस करके उस मैसेज नू साडे तक डिलीवर किया जा सके, ताकि असीं गुरबाणी दी इंपॉर्टेंस नू समझिए, असीं इहदों ਐਪਰੀਸ਼ੀਏਟ ਕਰਕੇ ਗੁਰਬਾਣੀ ਤੋਂ ਸਿੱਖਿਆ ਲੈ ਸਕੀਏ। ਵੈਰੀ ਗੁੱਡ ਜੀ। ਲਾਸਟ ਪੁਆਇੰਟ ਹੈਗਾ ਪ੍ਰਭਵੀਰ ਸਿੰਘ ਜੀ। ਠੀਕ ਹੈ ਜੀ, ਇਟਸ ਓਕੇ। ਤਰਨਵੀਰ ਸਿੰਘ ਜੀ, ਤੁਸੀਂ ਪੜ੍ਹ ਦਿਓ। This brought variety of examples through which anyone could develop in understanding about the religion. This made religionist knowledge much easier to access than previously. ਹਾਂਜੀ, ਇਸ ਤੋਂ ਪਹਿਲਾਂ ਜਿਹੜੀ ਵੀ ਸਪਿਰਿਚੁਅਲ ਰਿਲੀਜੀਅਸ ਨੌਲੇਜ ਐਗਜ਼ਿਸਟ ਕਰਦੀ ਸੀਗੀ ਉਹ ਬੜੀ ਲਿਮਿਟਿਡ ਸੀਗੀ। ਜਿਵੇਂ ਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ, ਉਹ ਕੁਝ ਲਿਮਿਟਿਡ ਲੋਕਾਂ ਵਾਸਤੇ ਸੀਗੀ, ਸਿਰਫ ਤੇ ਸਿਰਫ ਇੱਕ ਲਿਮਿਟਿਡ ਕਾਸਟ ਵਾਸਤੇ ਸੀਗੀ। ਉਹਨਾਂ ਨੂੰ ਬੜਾ ਰਿਸਟ੍ਰਿਕਟਿਵ ਰੱਖਿਆ ਜਾਂਦਾ ਸੀ ਤੇ ਉਹਨਾਂ ਨੂੰ ਸਾਰਿਆਂ ਦੇ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ ਸੀ, ਕਿਉਂਕਿ ਗੁਰਬਾਣੀ ਦਾ ਸੋਲ ਪਰਪਸ ਇਹੀ ਸੀਗਾ ਕਿ ਅਸੀਂ ਇਹ ਜਿਹੜੀ ਹੈ ਨੌਲੇਜ ਨੂੰ ਕਿਸੇ ਇੱਕ ਸਪੈਸੀਫਿਕ ਸੈਕਟ, ਕਾਸਟ, ਇੰਡੀਵਿਜੂਅਲ ਵਾਸਤੇ ਨਹੀਂ ਹੈ। ਦਿਸ ਇਜ਼ ਫॉर द ਹੋਲ ਆਫ ਹਿਊਮੈਨਿਟੀ। ਜੇ ਅੱਜ ਕੋਈ ਵੀ ਹਿਊਮਨ ਬੀਇੰਗ ਜਿਹੜਾ ਐਗਜ਼ਿਸਟ ਕਰਦਾ ਹੈ ਤੇ ਉਹ ਇਹ ਵਾਲੀ ਇੱਛਾ ਜਾਂ ਡਿਜ਼ਾਇਰ ਰੱਖਦਾ ਹੈ ਕਿ ਉਹ ਆਪਣੀ ਜਰਨੀ ਨੂੰ, ਸਪਿਰਿਚੁਅਲ ਜਰਨੀ ਨੂੰ ਫੋਕਸਡ ਰਹਿ ਕੇ ਅਚੀਵ ਕਰਨਾ ਚਾਹੁੰਦਾ ਹੈ, ਆਪਣੇ ਆਬਜੈਕਟਿਵਸ ਆਫ ਹਿਊਮਨ ਲਾਈਫ ਨੂੰ, ਆਪਣੀ ਐਵਰੀਡੇ ਲਾਈਫ ਨੂੰ ਠੀਕ ਕਰਨਾ ਚਾਹੁੰਦਾ ਹੈ, ਤਾਂ ਦਿਸ ਮੈਸੇਜ ਹੈਜ਼ all the knowledge, all the examples, ਸਭ ਕੁਛ exist ਕਰਦਾ ਹੈ for everybody who is a true seeker today, irrespective of their caste and society or religion। ਸਾਰਿਆਂ ਵਾਸਤੇ, ਕਿਸੇ ਵੀ ਰਿਲੀਜਨ ਵਾਸਤੇ ਰਿਸਟ੍ਰਿਕਟਿਵ ਨਹੀਂ ਹੈ। ਇਹਨੂੰ ਇੰਨਾ ਵਾਸਟ ਕਰਨ ਦੇ ਲਈ ਜਿਹੜੀ ਹੈ ਬਹੁਤ ਜ਼ਿਆਦਾ ਐਫਰਟ ਲੱਗੀ। ਗੁਰੂ ਸਾਹਿਬਾਨ ਨੇ ਸਾਰੇ ਐਗਜ਼ਾਮਪਲਸ ਨੂੰ ਲਿਆ, ਹਰ ਤਰ੍ਹਾਂ ਦੇ ਪ੍ਰੋਫੈਸ਼ਨ ਨੂੰ, ਹਰ ਤਰ੍ਹਾਂ ਦੀ ਸੁਸਾਇਟੀ ਨੂੰ ਐਡਰੈਸ ਕੀਤਾ। ਇੰਨਾ ਕੁਛ, ਇੰਨਾ ਵਾਈਡ ਸਪਰੈਡ ਐਫਰਟ ਲਗਾਇਆ ਸਿਰਫ ਤੇ ਸਿਰਫ ਫॉर ਅਸ, ਤਾਂ ਕਿ ਅਸੀਂ ਆਪਣੀ ਲਾਈਫ ਨੂੰ ਈਜ਼ੀ ਬਣਾ ਸਕੀਏ। ਭਗਤਾਂ ਦੇ ਲਾਈਫ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਪ੍ਰੋਫੈਸ਼ਨ ਦੇ ਵਿੱਚੋਂ ਵੱਖਰੀਆਂ ਐਗਜ਼ਾਮਪਲਸ ਜਿਹੜੀਆਂ ਨੇ ਅਸੀਂ ਆਉਣ ਵਾਲੇ ਸੈਸ਼ਨਸ ਦੇ ਵਿੱਚ ਫਿਰ ਸਿੱਖਾਂਗੇ ਜ਼ਰੂਰ। ਬਟ in this particular session the main focus was to develop again that appreciation of the effort which was put behind ਸਾਰੀ ਗੁਰਬਾਣੀ ਦੇ ਐਗਜ਼ਾਮਪਲਸ ਔਰ ਬਾਣੀਜ਼ ਨੂੰ ਇਕੱਠਾ ਕਰਕੇ ਲੈ ਕੇ ਸਾਡੇ ਵਾਸਤੇ ਕੰਪਾਈਲ ਕਰਨਾ, ਕੰਪੋਜ਼ ਕਰਨਾ, ਪ੍ਰੀਜ਼ਰਵ ਕਰਨਾ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਅੱਛਾ ਬਣਾ ਸਕੀਏ। ਸੋ ਆਈ ਹੋਪ ਕਿ ਅਸੀਂ ਇਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਇੰਸਪੀਰੇਸ਼ਨ ਲੈ ਸਕਾਂਗੇ। ਅਸੀਂ ਗੁਰਬਾਣੀ ਨੂੰ ਫॉर ਗ੍ਰਾਂਟਡ ਨਹੀਂ ਲਵਾਂਗੇ, ਗੁਰਬਾਣੀ ਦੀ ਇੰਪੋਰਟੈਂਸ ਨੂੰ ਸਮਝ ਕੇ ਅਸੀਂ ਆਪਣੀ ਲਾਈਫ ਨੂੰ ਅੱਛਾ ਬਣਾ ਸਕਾਂਗੇ।
ਸੋ ਜੇ ਕਿਸੇ ਵੀ ਬੱਚੇ ਨੂੰ ਕੋਈ ਵੀ ਕੁਐਸਚਨ ਹੈਗਾ ਹੈ, ਤਾਂ more than happy to answer that now ਜੀ। Anything you guys want to ask or add anything here? ਠੀਕ ਹੈ ਜੀ, ਥੈਂਕ ਯੂ। ਜੇ ਹੋਰ ਕੁਝ ਨਹੀਂ ਹੈ ਐਡ ਕਰਨ ਵਾਸਤੇ ਤੇ ਫਿਰ ਆਪਾਂ ਅੱਜ ਜਿਹੜਾ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ।